ਆਪਾਂ ਜੇਕਰ ਗੱਲ ਕਰੀਏ ਔਨਲਾਈਨ ਤੇ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਜਿਹੜੇ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਣ ਹੋ ਗਿਆ ਕੋਵਿਡ ਦੇ ਬਾਅਦ ਤਾਂ ਤੁਹਾਨੂੰ ਪਤਾ ਹੈ ਕਿ ਜੀ। ਇੰਨੀ ਜ਼ਿਆਦਾ ਦਿੱਕਤ ਆ ਗਈ ਹੈ ਬੱਚਿਆਂ ਨੂੰ ਰੈਗੂਲਰ ਦੇ ਵਿੱਚ ਆਉਣ ਲਈ। ਆਪਣਾ ਜਿਹੜਾ ਬੇਸ ਹੈ 2020 ਦੇ ਵਿੱਚ ਆਇਆ ਹੈ। ਪਹਿਲਾਂ ਉਹਨਾਂ ਨੇ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਆਪਣਾ ਪੈਰ ਰੱਖਿਆ, ਫਿਰ ਅਸੀਂ 2021 ਵਿੱਚ ਅਸੀਂ ਔਨਲਾਈਨ ਜੀ। ਲੈ ਕੇ ਆਏ ਹਾਂ। ਤਾਂ ਫਿਰ ਅਸੀਂ ਡਿਸਾਈਡ ਕੀਤਾ ਸਾਡੇ ਯੂਨੀਵਰਸਿਟੀ ਨੇ ਮੈਨੇਜਮੈਂਟ ਨੇ ਕਿ ਅਸੀਂ ਫਾਰਵਰਡ ਔਨਲਾਈਨ ਕੋਰਸ ਦਾ ਚਾਲ ਚੱਲਣ ਲੈ ਕੇ ਆਏ ਹਾਂ। ਜਿਹੜਾ ਔਨਲਾਈਨ ਕੋਰਸ ਆ ਜਿਹੜਾ ਸਾਡਾ 2021 ਦੇ ਵਿੱਚ ਆਇਆ ਹੈ, ਜਿਹੜਾ ਉਹਨਾਂ ਦਾ ਔਨਲਾਈਨ ਦੇ ਵਿੱਚ ਰਹਿੰਦੀ ਆ ਉਹ ਕੰਪਲੀਟ ਸ਼ੁਰੂ ਐਡਮਿਸ਼ਨ ਪ੍ਰੋਸੈਸ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੱਕ ਕਿ ਉਹਨਾਂ ਦੀ ਪਲੇਸਮੈਂਟਸ ਤੱਕ ਸਾਰਾ ਕੰਪਲੀਟ ਪ੍ਰੋਸੀਜਰ ਉਹਨਾਂ ਦਾ ਔਨਲਾਈਨ ਰਹਿੰਦਾ ਹੈ। ਜੇ ਬੱਚਾ ਮੰਨ ਲਓ ਪਹਿਲੇ ਸਮੈਸਟਰ ਦੇ ਜੀ। ਵਿੱਚ ਵੀ ਬਾਹਰ ਐਬਰੋਡ ਕੈਨੇਡਾ ਚਲਾ ਜਾਂਦਾ ਹੈ, ਤਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹ ਕੰਟੀਨਿਊ ਰਹਿੰਦੀ ਆ। ਉਹਨਾਂ ਦੀ ਡਿਗਰੀ ਨੂੰ ਇਹ ਨਹੀਂ ਹੁੰਦਾ ਕਿ ਉਹਨਾਂ ਦੀ ਡਿਗਰੀ ਰੁਕ ਜਾਂਦੀ ਹੈ, ਉਹਨਾਂ ਨੂੰ ਸਾਰੇ ਅਪਰੂਵਲਸ ਯੂਨੀਵਰਸਿਟੀ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਆ। ਐਮਏ ਮਾਸ ਮੀਡੀਆ ਐਂਡ ਕਮਿਊਨੀਕੇਸ਼ਨ, ਐਮਐਸਸੀ ਡਾਟਾ ਸਾਇੰਸ ਜਿਹੜਾ ਸਭ ਤੋਂ ਜ਼ਿਆਦਾ ਸਾਡੇ 'ਚ ਕੁਐਰੀਜ਼ ਆਉਂਦੀ ਹੈ ਬੱਚਿਆਂ ਦੀ, ਤੇ ਉਸ ਤੋਂ ਬਾਅਦ ਰਹਿੰਦਾ ਐਮਬੀਏ ਕੋਰਸ ਤੇ ਐਮਕਾਮ ਕੋਰਸ ਰਹਿੰਦੇ ਆ ਸਾਡੇ 'ਚ। ਜੀ। ਜਿਹੜਾ ਔਨਲਾਈਨ ਦਾ ਸਾਡਾ ਅਕੈਡਮਿਕਸ ਦਾ ਹੈਗਾ ਕੋਰਸ ਪੜ੍ਹਾਇਆ ਜਾਂਦਾ ਹੈ, ਉਹ ਸਾਰਾ ਜਿਹੜਾ ਰਹਿੰਦਾ ਹੈ ਉਹ ਰੈਗੂਲਰ ਦੀ ਡਿਗਰੀ ਨਾਲ ਦੇਖਿਆ ਜਾਵੇ ਤਾਂ ਬਿਲਕੁਲ ਸੇਮ ਸਟਰਕਚਰ ਰਹਿੰਦਾ ਹੈ ਪੜ੍ਹਾਈ ਦਾ ਉਹਨਾਂ ਦਾ। ਉਹਨਾਂ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਰਹਿੰਦੀ। ਵਰਚੁਅਲ ਬੱਚਾ ਬੈਠ ਕੇ ਵੀ ਬਹੁਤ ਵਧੀਆ ਤਰੀਕੇ ਨਾਲ ਸਾਡਾ ਜਿਹੜਾ ਪੋਰਟਲ ਹੈ ਉਹਦੀ ਕਪੈਸਿਟੀ ਇੰਨੀ ਅੱਛੀ ਹੈ, ਸਾਡੇ ਟੀਚਰਸ ਲੈਕਚਰਾਰਸ ਸਭ ਦੀ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਜਾਂਦੀ ਹੈ, ਤਾਂ ਕਿ ਉਹ ਬੱਚੇ ਨੂੰ ਫੀਲ ਹੀ ਨਹੀਂ ਆਉਂਦਾ ਕਿ ਉਹ ਰੈਗੂਲਰ ਨਹੀਂ ਕਰ ਰਿਹਾ, ਔਨਲਾਈਨ ਕਰ ਰਿਹਾ। ਓਕੇ। ਠੀਕ ਹੈ, ਬੱਚਿਆਂ ਨੂੰ ਪੜ੍ਹਾਉਣਾ ਬਹੁਤ ਈਜ਼ੀ ਹੋ ਜਾਂਦਾ। ਉਸ ਦੇ ਲਈ ਸਾਡੇ ਕੋਲ ਲਾਈਵ ਲੈਕਚਰ ਨੇ, ਰਿਕਾਰਡਡ ਲੈਕਚਰਸ ਨੇ, ਪ੍ਰੋਵਾਈਡ ਕੀਤਾ ਜਾਂਦਾ ਉਹਨਾਂ ਨੂੰ। ਬੱਚਿਆਂ ਨੂੰ ਕੋਈ ਡਾਊਟ ਰਹਿੰਦਾ ਹੈ, ਕੁਐਰੀ ਰਹਿੰਦਾ, ਉਹਨਾਂ ਦਾ ਸੋਲਵ ਕੀਤਾ ਜਾਂਦਾ ਹੈ। ਵੈਬਿਨਾਰਸ ਦਿੱਤੇ ਜਾਂਦੇ, ਈਵਨ ਇੱਥੇ ਤੱਕ ਕਿ ਉਹਨਾਂ ਨੂੰ ਇੰਡਸਟਰੀਅਲ ਐਕਸਪਰਟ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਨਾਂ ਨੂੰ ਸੌਫਟ ਸਕਿੱਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। तो चंडीगढ़ यूनिवर्सिटी एक लर्निंग प्लेटफॉर्म प्रोवाइड करती है जिसको हम बोलते हैं लर्निंग मैनेजमेंट सिस्टम, शॉर्ट में उसको एलएमएस कहा जाता है। जो स्टूडेंट है उसको बहुत सारी फैसिलिटीज़ प्रोवाइड की जाती हैं, मतलब एक वो ही तरीका है जिसके थ्रू स्टूडेंट को हम एजुकेशन दे सकते हैं। वो वहाँ पर उसको अवेलेबल होंगी और वो कभी भी किसी भी टाइम पर उनको पढ़ सकता है। ये एक सेल्फ पेस्ड लर्निंग है जो हम ऑनलाइन लर्निंग में प्रोवाइड कर रहे हैं। उनको क्या हेल्प होगी अगर उन्हें असाइनमेंट बनाना है, उन्हें एक्स्ट्रा नॉलेज चाहिए, उनको इन्फॉर्मेशन चाहिए, अपने एग्ज़ाम के लिए उनको पढ़ना है, तो उसमें और भी ज़्यादा बुक्स उनको मिल जाती हैं और उसका जो एक्सेस है वो ओपन टू ऑल है। जो बहुत ही एक्सपीरियंस्ड होते हैं, उनके भी लेक्चर्स उनको स्टूडेंट्स को प्रोवाइड किए जा रहे हैं, तो इससे उनकी नॉलेज बहुत ही ज़्यादा बढ़ जाती है, उनको बहुत ज़्यादा हेल्प होती है फ्यूचर में अपने करियर ग्रोथ में। लाइव लेक्चर्स का एक्सेस ले सकता है और वो किसी भी टाइम पे, अगर उसने सपोज 30 मिनट की क्लास है, उसने 20 मिनट ही देख पाया वो उस टाइम पर, तो वो वहाँ पे छोड़ के वो नेक्स्ट टाइम से वहीं से स्टार्ट कर सकता है। तो बहुत ही हेल्पफुल है वो लाइव लेक्चर्स का फीचर हो गया। हाँ जी, बिल्कुल बच्चे ऑनलाइन क्लास में क्लास की तरह ही पढ़ रहे हैं। जो टीचर्स हैं वो बहुत ही एक्सपीरियंस्ड हैं और बहुत ही अच्छे से वो एक्सप्लेन करते हैं। अगर बच्चा लाइव लेक्चर ले रहा है तो वो डाउट्स अगर उसको आ रहे हैं वो साथ के साथ सॉल्व हो जाते हैं। वहाँ पे एक चैट का भी ऑप्शन है। ਸਤਿ ਸ਼੍ਰੀ ਅਕਾਲ। ਸਕਰੂਲ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ। ਤੇ ਇਸ ਵਕਤ ਜੇਕਰ ਗੱਲ ਕਰੀਏ ਦੇਸ਼ ਦੁਨੀਆ ਦੇ ਵਿੱਚ ਲਗਾਤਾਰ ਜਿਹੜੀ ਰਫ਼ਤਾਰ ਆ ਉਹ ਵੱਧਦੀ ਜਾ ਰਹੀ ਤੇ ਯੰਗਸਟਰਸ ਦੀ ਜੇਕਰ ਗੱਲ ਕਰੀਏ ਤਾਂ ਕਈ ਕੰਮ ਉਹਨਾਂ ਨੂੰ ਕਰਨੇ ਹੁੰਦੇ ਆ, ਲੇਕਿਨ ਨਾਲ ਦੇ ਨਾਲ ਉਹ ਐਜੂਕੇਸ਼ਨ ਵੀ ਜਿਹੜੀ ਆ ਉਹ ਕੰਟੀਨਿਊ ਰੱਖਣਾ ਚਾਹੁੰਦੇ ਆ ਤੇ ਉਹਦੇ ਲਈ ਕਈ ਮੈਥਡ ਨੇ, ਜਿਵੇਂ ਡਿਸਟੈਂਸ ਐਜੂਕੇਸ਼ਨ ਤੇ ਨਾਲ ਹੀ ਇੱਕ ਆਨਲਾਈਨ ਐਜੂਕੇਸ਼ਨ ਜਿਹੜਾ ਉਹ ਵੀ ਮੈਥਡ ਆ। ਤੇ ਇਹ ਮੈਥਡ ਜਿਹੜਾ ਹੈ ਇਸ ਦੇ ਬਾਬਤ तमाम ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਜਿਹੜਾ ਆ ਚੰਡੀਗੜ੍ਹ ਯੂਨੀਵਰਸਿਟੀ ਤੋਂ ਪ੍ਰੋਫੈਸਰ ਮੌਜੂਦ ਨੇ, ਉਹਨਾਂ ਤੋਂ तमाम ਜਾਣਕਾਰੀ ਲੈਂਦੇ ਆ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੰਡੀਗੜ੍ਹ ਯੂਨੀਵਰਸਿਟੀ ਦੀ ਮੈਂ ਔਨਲਾਈਨ ਡਿਸਟੈਂਸ ਵਿੱਚ ਐਡਮਿਸ਼ਨਾਂ ਲੈਂਦੇ ਹਾਂ ਅਸੀਂ,
ਠੀਕ ਹੈ। ਤੇ ਆਨਲਾਈਨ ਤੇ ਡਿਸਟੈਂਸ ਇੱਕ ਤੁਸੀਂ ਜਾਣਦੇ ਹੋ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਪ੍ਰਕਿਰਤੀ ਯੂਨੀਵਰਸਿਟੀ ਹੈ, ਜਿਹਨੂੰ UGC ਵੱਲੋਂ ਵੀ ਮਾਨਤਾ ਪ੍ਰਾਪਤ ਦਿੱਤੀ ਗਈ ਹੈ। ਉਹਦੇ ਕੋਲ ਜਿਹੜੀ ਸਾਰੇ ਅਪਰੂਵਲਸ ਹੈ ਉਹ ਟੌਪ 7 ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਆਉਂਦੀ ਹੈ। ਤੇ ਆਪਾਂ ਜੇਕਰ ਗੱਲ ਕਰੀਏ ਆਨਲਾਈਨ ਤੇ ਡਿਸਟੈਂਸ ਐਜੂਕੇਸ਼ਨ ਦੇ ਵਿੱਚ, ਜਿਹੜੇ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਣ ਹੋ ਗਿਆ ਕੋਵਿਡ ਦੇ ਬਾਅਦ, ਤਾਂ ਤੁਹਾਨੂੰ ਪਤਾ ਹੈ ਕਿ ਜੀ ਇੰਨੀ ਜ਼ਿਆਦਾ ਦਿੱਕਤ ਆ ਗਈ ਹੈ ਬੱਚਿਆਂ ਨੂੰ ਰੈਗੂਲਰ ਦੇ ਵਿੱਚ ਆਉਣ ਲਈ। ਤਾਂ ਉਹ ਚਾਹੁੰਦੇ ਆ ਕਿ ਉਹ ਆਨਲਾਈਨ ਜਾਂ ਡਿਸਟੈਂਸ ਐਜੂਕੇਸ਼ਨ ਵੱਲੋਂ ਹੀ ਜਾਈਏ, ਤਾਂ ਉਹ ਪ੍ਰੈਫਰ ਕਰਦੇ ਨੇ ਕੁਝ ਬੱਚੇ ਹੈ, ਤਾਂ ਕਿ ਉਹਨਾਂ ਨੂੰ ਐਲੋਕੇਟ ਨਾ ਕਰਨਾ ਪਵੇ ਰੈਗੂਲਰ ਦੇ ਵਿੱਚ ਆ ਕੇ। ਤੇ ਸਾਡਾ ਜਿਹੜਾ ਡਿਪਾਰਟਮੈਂਟ ਹੈ ਇੰਸਟੀਚਿਊਟ ਆਫ ਡਿਸਟੈਂਸ ਐਂਡ ਆਨਲਾਈਨ ਲਰਨਿੰਗ, ਉਹਨਾਂ ਨੇ ਆਪਣਾ ਜਿਹੜਾ ਬੇਸ ਹੈ 2020 ਦੇ ਵਿੱਚ ਆਇਆ ਹੈ। ਪਹਿਲਾਂ ਉਹਨਾਂ ਨੇ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਆਪਣਾ ਪੈਰ ਰੱਖਿਆ, ਫਿਰ ਅਸੀਂ 2021 ਵਿੱਚ ਅਸੀਂ ਆਨਲਾਈਨ ਜੀ ਲੈ ਕੇ ਆਏ ਹਾਂ। ਤਾਂ ਆਨਲਾਈਨ ਤੇ ਡਿਸਟੈਂਸ ਦੇ ਵਿੱਚ ਸਾਨੂੰ ਇਹ ਲੱਗਿਆ ਕਿ ਵਿਦਿਆਰਥੀਆਂ ਵੱਲੋਂ ਸਾਨੂੰ ਇਹ ਰਿਕੁਐਸਟ ਆਈ ਕਿ ਬਹੁਤ ਸੇ, ਜਿੱਦਾਂ ਕਿ ਮੈਮ ਅਸੀਂ ਡਿਸਟੈਂਸ ਦੇ ਵਿੱਚ ਅਸੀਂ ਆ ਕੇ ਸੈਂਟਰ 'ਚ ਆ ਕੇ ਪੇਪਰ ਨਹੀਂ ਦੇ ਸਕਦੇ ਹੈ, ਕਿਉਂਕਿ ਅਜੇ ਵੀ ਬੱਚਿਆਂ ਦੇ ਅੰਦਰ ਡਰ ਬੈਠਿਆ ਹੋਇਆ ਹੈ ਕੋਵਿਡ ਦਾ, ਜਿਵੇਂ ਤੁਹਾਨੂੰ ਪਤਾ ਹੈ। ਤਾਂ ਫਿਰ ਅਸੀਂ ਡਿਸਾਈਡ ਕੀਤਾ, ਸਾਡੇ ਯੂਨੀਵਰਸਿਟੀ ਨੇ, ਮੈਨੇਜਮੈਂਟ ਨੇ, ਕਿ ਅਸੀਂ ਫਾਰਵਰਡ ਆਨਲਾਈਨ ਕੋਰਸ ਦਾ ਚਾਲ ਚੱਲਣ ਲੈ ਕੇ ਆਏ ਹਾਂ। ਜਿਹੜਾ ਆਨਲਾਈਨ ਕੋਰਸ ਆ, ਜਿਹੜਾ ਸਾਡਾ 2021 ਦੇ ਵਿੱਚ ਆਇਆ ਹੈ, ਤੇ ਉਹਦੇ 'ਚ ਸਾਡੇ ਤੋਂ 5000 ਤੋਂ ਵੀ ਪਲੱਸ ਜਿਹੜੇ ਬੱਚੇ ਹੈ ਉਹਨਾਂ ਨੇ ਐਡਮਿਸ਼ਨ ਲਿੱਤੀ। ਨਾ ਕੇਵਲ ਦੇਸ਼ ਬਲਕਿ ਵਿਦੇਸ਼ ਤੋਂ ਵੀ ਬਹੁਤ ਸੇ ਬੱਚਿਆਂ ਨੇ ਐਡਮਿਸ਼ਨਾਂ ਜੀ ਲਿੱਤੀਆਂ ਸਾਡੇ ਤੋਂ। ਜੀ, ਜਿਵੇਂ ਤੁਸੀਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਵੀ ਬੱਚਿਆਂ ਨੇ ਐਡਮਿਸ਼ਨ ਲਿੱਤੀ ਆ। ਜਿਵੇਂ ਜੇਕਰ ਗੱਲ ਕਰੀਏ ਡਿਸਟੈਂਸ ਐਜੂਕੇਸ਼ਨ ਦੇ ਵਿੱਚ, ਤਾਂ ਲੋਕਾਂ ਨੂੰ ਨਾ, ਜਿਵੇਂ ਯੰਗਸਟਰਸ ਨੇ ਜੋ ਪੜ੍ਹਾਈ ਕਰਦੇ ਨੇ, ਉਹਨਾਂ ਨੂੰ ਜਿਹੜਾ ਆ ਆਫਿਸ ਜੀ ਕੰਮ ਕਰਦੇ ਆ, ਉਹਨਾਂ ਨੂੰ ਜਾਣਾ ਪੈਂਦਾ ਜਿਸ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਂਦੇ ਆ। ਤੇ ਆਨਲਾਈਨ ਦੇ ਵਿੱਚ ਉਹਨਾਂ ਨੂੰ ਕੀ ਬੈਨੀਫਿਟਸ ਮਿਲਣਗੇ, ਕਿ ਉਹ ਆਨਲਾਈਨ ਦੇ ਵਿੱਚ ਕੀ ਉਹਨਾਂ ਨੂੰ ਆਉਣਾ ਪਵੇਗਾ ਇੰਸਟੀਚਿਊਟ ਯੂਨੀਵਰਸਿਟੀ, ਜਾਂ ਫਿਰ ਕਿਸ ਤਰੀਕੇ ਨਾਲ ਉਹ ਪੜ੍ਹਾਈ ਕਰ ਸਕਦੇ ਆ? ਜਿਵੇਂ ਆਪਾਂ ਗੱਲ ਕਰ ਲੈਂਦੇ ਆ ਡਿਸਟੈਂਸ ਤੇ ਆਨਲਾਈਨ ਦੇ ਵਿੱਚ ਫਰਕ, ਤੇ ਜਿਹੜਾ ਉਹਨਾਂ ਦਾ ਆਨਲਾਈਨ ਦੇ ਵਿੱਚ ਰਹਿੰਦੀ ਆ ਉਹ ਕੰਪਲੀਟ ਸ਼ੁਰੂ ਐਡਮਿਸ਼ਨ ਪ੍ਰੋਸੈਸ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੱਕ ਕਿ ਉਹਨਾਂ ਦੀ ਪਲੇਸਮੈਂਟਸ ਤੱਕ ਸਾਰਾ ਕੰਪਲੀਟ ਪ੍ਰੋਸੀਜਰ ਉਹਨਾਂ ਦਾ ਆਨਲਾਈਨ ਰਹਿੰਦਾ ਹੈ। ਜੇ ਬੱਚਾ ਮੰਨ ਲਓ ਪਹਿਲੇ ਸਮੈਸਟਰ ਦੇ ਵਿੱਚ ਵੀ ਬਾਹਰ ਐਬਰੋਡ ਕੈਨੇਡਾ ਚਲਾ ਜਾਂਦਾ ਹੈ, ਤਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹ ਕੰਟੀਨਿਊ ਰਹਿੰਦੀ ਆ। ਉਹਨਾਂ ਦੀ ਡਿਗਰੀ ਨੂੰ ਇਹ ਨਹੀਂ ਹੁੰਦਾ ਕਿ ਉਹਨਾਂ ਦੀ ਡਿਗਰੀ ਰੁਕ ਜਾਂਦੀ ਹੈ, ਉਹਨਾਂ ਨੂੰ ਸਾਰੇ ਅਪਰੂਵਲਸ ਯੂਨੀਵਰਸਿਟੀ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਆ। ਤੇ ਸਾਡਾ ਜਿਹੜਾ ਪੋਰਟਲ ਹੈਗਾ ਬੱਚਿਆਂ ਨੂੰ, ਜਿਸ ਤੋਂ ਅਸੀਂ ਪੜ੍ਹਾਉਂਦੇ ਆ LMS, ਉਹ ਵੀ ਸਾਡਾ ਪੋਰਟਲ ਵਰਲਡ ਵਾਈਡ ਵੈਬ ਦੇ ਵਿੱਚ, ਮਤਲਬ ਕਿ ਐਸੈਸਿਬਿਲਟੀ ਹੈ ਉਹਦੀ ਵੀ। ਬਹੁਤ ਵਧੀਆ ਗੱਲ ਆ ਕਿ ਤੁਸੀਂ ਕਿਤੇ ਵੀ ਰਹੋ, ਅਬਰੋਡ ਦੇ ਵਿੱਚ ਜਾਓ ਜਾਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਰਹੋ, ਤੁਸੀਂ ਆਨਲਾਈਨ ਐਜੂਕੇਸ਼ਨ ਦੇ ਥਰੂ ਪੜ੍ਹਾਈ ਜਿਹੜੀ ਆ ਕਰ ਸਕਦੇ ਹੋ। ਤੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੋਰਸਿਸ ਕੀ ਕੀ ਅਵੇਲੇਬਲ ਹੋਣਗੀਆਂ ਆਨਲਾਈਨ ਕਲਾਸਿਸ ਦੇ ਵਿੱਚ। ਬਿਲਕੁਲ, ਜਿਹੜੇ ਸਾਡੇ ਕੋਲ ਕੋਰਸਿਸ ਹੈਗੇ ਆ, ਉਹ 3 ਕੋਰਸਿਸ ਹੈ ਸਾਡੇ ਕੋਲ। ਗ੍ਰੈਜੂਏਟ ਦੇ ਵਿੱਚ, ਅੰਡਰ ਗ੍ਰੈਜੂਏਟ ਦੇ ਵਿੱਚ ਸਾਡੇ ਕੋਲ ਪਹਿਲਾ ਕੋਰਸ ਹੈਗਾ BA ਜਰਨਲਿਜ਼ਮ ਮਾਸ ਮੀਡੀਆ ਐਂਡ ਕਮਿਊਨੀਕੇਸ਼ਨ ਦੇ ਵਿੱਚ। ਤੇ ਥਰਡ ਸਾਡੇ ਕੋਲ ਰਹਿੰਦਾ ਹੈਗਾ BCA। ਤੇ ਉਹਦੇ ਬਾਅਦ ਸਾਡੇ ਕੋਲ ਮਾਸਟਰ ਕੋਰਸ ਰਹਿੰਦੇ ਹੈ, 5 ਕੋਰਸ ਰਹਿੰਦੇ ਹੈ, ਜਿਹਦੇ ਚ ਮਾਸਟਰ ਕੋਰਸ ਰਹਿੰਦੇ ਆ MA ਲਿਬਰਲ ਆਰਟ, MA ਮਾਸ ਮੀਡੀਆ ਐਂਡ ਕਮਿਊਨੀਕੇਸ਼ਨ, MSc ਡਾਟਾ ਸਾਇੰਸ, ਜਿਹੜਾ ਸਭ ਤੋਂ ਜ਼ਿਆਦਾ ਸਾਡੇ ਚ ਕੁਐਰੀਜ਼ ਆਉਂਦੀ ਹੈ ਬੱਚਿਆਂ ਦੀ। ਤੇ ਉਸ ਤੋਂ ਬਾਅਦ ਰਹਿੰਦਾ MBA ਕੋਰਸ ਤੇ MCOM ਕੋਰਸ ਰਹਿੰਦੇ ਆ ਸਾਡੇ ਚ। ਜੀ ਜਿਵੇਂ ਹੁੰਦਾ ਹੈ ਨਾ ਕਿ ਅਸੀਂ ਫਿਜ਼ੀਕਲੀ ਕਾਲਜ ਦੇ ਵਿੱਚ ਪ੍ਰੈਜ਼ੈਂਟ ਹੋਈਏ ਜਾਂ ਅਸੀਂ ਡਿਸਟੈਂਸ ਐਜੂਕੇਸ਼ਨ ਦੇ ਥਰੂ ਪੜ੍ਹਾਈ ਕਰੀਏ, ਤਾਂ ਕਿਤੇ ਨਾ ਕਿਤੇ ਕਹਿੰਦੇ ਆ ਕਿ ਕੁਛ ਨਾ ਕਮੀ ਰਹਿ ਜਾਂਦੀ ਆ। ਲਾਈਕ ਜੋ ਅਸੀਂ ਆਨਲਾਈਨ ਕਲਾਸਿਸ ਦੇ ਵਿੱਚ ਨਹੀਂ ਉਹ ਚੀਜ਼ ਪਾ ਸਕਦੇ ਆ। ਲਾਈਕ ਕੁਝ ਕੋਰਸਿਸ ਆ ਜੋ ਅਸੀਂ ਫਿਜ਼ੀਕਲੀ ਪ੍ਰੈਜ਼ੈਂਟ ਹੋ ਕੇ ਹੀ ਉਹ ਚੀਜ਼ ਅਚੀਵ ਕਰ ਸਕਦੇ ਹਾਂ, ਉਹਦੀ ਪੜ੍ਹਾਈ ਉਦੋਂ ਹੀ ਕਰ ਸਕਦੇ ਆ। ਕਿ ਆਨਲਾਈਨ ਕਲਾਸਿਸ ਦੇ ਵਿੱਚ ਅਜਿਹਾ ਕੁਝ ਹੈ ਕਿ ਜੇ ਆਨਲਾਈਨ ਐਜੂਕੇਸ਼ਨ ਆਪਾਂ ਲੈ ਰਹੇ ਹਾਂ, ਤੇ ਕੁਝ ਕੋਰਸਿਸ ਜੋ ਇਦਾਂ ਦੇ ਆ ਕਿ ਅਸੀਂ ਆਨਲਾਈਨ ਐਜੂਕੇਸ਼ਨ ਦੇ ਥਰੂ ਉਹ ਪ੍ਰਾਪਤ ਨਹੀਂ ਕਰ ਸਕਦੇ, ਕੁਝ ਹੈ? ਨਹੀਂ, ਇਦਾਂ ਦਾ ਕੋਈ ਕੋਰਸ ਨਹੀਂ ਹੈ। ਜਿਹੜਾ ਆਨਲਾਈਨ ਦਾ ਸਾਡਾ ਅਕੈਡਮਿਕਸ ਦਾ ਹੈਗਾ ਕੋਰਸ ਪੜ੍ਹਾਇਆ ਜਾਂਦਾ ਹੈ, ਉਹ ਸਾਰਾ ਜਿਹੜਾ ਰਹਿੰਦਾ ਹੈ ਉਹ ਰੈਗੂਲਰ ਦੀ ਡਿਗਰੀ ਨਾਲ ਦੇਖਿਆ ਜਾਵੇ ਤਾਂ ਬਿਲਕੁਲ ਸੇਮ ਸਟਰਕਚਰ ਰਹਿੰਦਾ ਪੜ੍ਹਾਈ ਦਾ ਉਹਨਾਂ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਰਹਿੰਦੀ। ਵਰਚੁਅਲ ਬੱਚਾ ਬੈਠ ਕੇ ਵੀ ਬਹੁਤ ਵਧੀਆ ਤਰੀਕੇ ਨਾਲ, ਸਾਡਾ ਜਿਹੜਾ ਪੋਰਟਲ ਹੈ ਉਹਦੀ ਕਪੈਸਿਟੀ ਇੰਨੀ ਅੱਛੀ ਹੈ, ਸਾਡੇ ਟੀਚਰਸ ਲੈਕਚਰਾਰਸ ਸਭ ਦੀ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਜਾਂਦੀ ਹੈ, ਤਾਂ ਕਿ ਉਹ ਬੱਚੇ ਨੂੰ ਫੀਲ ਹੀ ਨਹੀਂ ਆਉਂਦਾ ਕਿ ਉਹ ਰੈਗੂਲਰ ਨਹੀਂ ਕਰ ਰਿਹਾ, ਆਨਲਾਈਨ ਕਰ ਰਿਹਾ। ਓਕੇ, ਤਾਂ ਇਸ ਦਾ ਐਡਮਿਸ਼ਨ ਪ੍ਰੋਸੈਸ ਕੀ ਹੈ? ਜਿਵੇਂ ਪ੍ਰੋਪਰਲੀ ਜਿਹੜਾ ਆ ਆਨਲਾਈਨ ਪ੍ਰੋਸੈਸ ਹੈ, ਆਨਲਾਈਨ ਐਜੂਕੇਸ਼ਨ ਹੈ, ਤੇ ਪ੍ਰੋਸੈਸ ਕੀ ਆ ਕਿ ਬੱਚੇ ਜਿਹੜੇ ਨੇ ਉਹ ਐਡਮਿਸ਼ਨ ਲੈ ਸਕਦੇ ਨੇ? ਦੇਖਿਏ, ਸਾਡਾ ਆਨਲਾਈਨ ਪ੍ਰੋਸੀਜਰ ਇਹ ਹੈ, ਸਾਡੀ ਸਾਈਟ ਹੈਗੀ ਹੈ www.onlinecu.in ਤੇ ਜਾ ਕੇ ਸਾਡੇ ਉੱਥੇ ਇਨਕੁਆਇਰੀ ਆਪਸ਼ਨ ਆਉਂਦਾ, ਉੱਥੇ ਸਾਈਟ ਤੇ ਬੱਚਾ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਦਾ ਹੈ, ਆਪਣਾ ਨੇਮ, ਈਮੇਲ ID, ਫੋਨ ਨੰਬਰ, ਡੇਟ ਆਫ ਬਰਥ ਔਰ ਕੋਰਸ ਸਿਲੈਕਟ ਕਰਦਾ ਹੈ, ਤੇ ਉਹਨੂੰ ਇੱਕ ਮੈਸੇਜ ਆਉਂਦਾ ਯੂਨੀਵਰਸਿਟੀ ਵੱਲੋਂ, ਉਹਨੂੰ ਆਈਡਲ ID ਤੇ ਪਾਸਵਰਡ ਦਿੱਤਾ ਜਾਂਦਾ ਹੈ, ਜਿਹਦੇ 'ਚ ਉਹ ਲੌਗਇਨ ਕਰਕੇ ਆਪਣਾ ਐਪਲੀਕੇਸ਼ਨ ਫਾਰਮ ਫਿਲ ਕਰ ਸਕਦਾ ਹੈ ਤੇ ਆਪਣੀ ਜਿਹੜੇ ਫੀਸ ਹੈਗੀ ਉਹ ਸਬਮਿਟ ਕਰ ਸਕਦਾ ਹੈ।
ਕਈ ਵਾਰੀ ਇਦਾਂ ਹੁੰਦਾ ਹੈ ਜਦੋਂ ਅਸੀਂ ਆਨਲਾਈਨ ਪ੍ਰੋਸੈਸ ਐਡਮਿਸ਼ਨ ਪ੍ਰੋਸੈਸ ਕਰ ਲੈਂਦੇ ਹਾਂ ਵਿੱਚ ਕੋਈ ਨਾ ਕੋਈ ਡੈਫੀਸ਼ੀਐਂਸੀ ਰਹਿ ਜਾਂਦੀ ਹੈ। ਜੇ ਉਹ ਡੈਫੀਸ਼ੀਐਂਸੀ ਕੋਈ ਆਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਇਨਫੋਰਮ ਕਰਦੇ ਹੋ ਆਨਲਾਈਨ ਪ੍ਰੋਸੈਸ 'ਚ? ਆਨਲਾਈਨ ਪ੍ਰੋਸੈਸ 'ਚ ਸਾਡੀ ਸਪੋਰਟ ਬੈਕਐਂਡ ਟੀਮ ਹੈਗੀ, ਸਾਡੀ ਹੈਲਪ ਡੈਸਕ ਟੀਮ ਹੈਗੀ ਆ, ਉਹ ਸਾਡੇ ਬੱਚਿਆਂ ਨੂੰ ਸਪੋਰਟ ਕਰਦੀ ਹੈ। ਸਾਡੀ ਡਾਕੂਮੈਂਟ ਟੀਮ ਉਹਨਾਂ ਨੂੰ ਮੇਲ ਕਰਦੀ ਹੈ ਜੇ ਕੋਈ ਉਹਨਾਂ ਦੇ ਡਾਕੂਮੈਂਟਸ ਅਪਰੂਵ ਨਹੀਂ ਹੁੰਦੇ ਹੈਗੇ, ਤੇ ਸਾਡੀ admissions@cu.mail.in ਦੀ ਹੈਗੇ ਵੈਬਸਾਈਟ, ਉਹ ਵੀ ਫਰਦਰ ਹੈਲਪ ਕਰਦੀ ਹੈ ਕਨੈਕਟੀਵਿਟੀ ਲਈ ਉਹਨਾਂ ਲਈ। ਜੀ। ਜਿਵੇਂ ਐਡਮਿਸ਼ਨ ਦਾ ਪ੍ਰੋਸੈਸ ਪਤਾ ਲੱਗ ਗਿਆ ਤੇ ਹੁਣ ਅੱਗੇ ਬੱਚਿਆਂ ਨੂੰ ਹੁੰਦੀ ਆ ਕਿ ਫੀਸ ਸਟਰਕਚਰ ਕੀ ਹੋਵੇਗਾ ਆਨਲਾਈਨ ਦੇ ਵਿੱਚ। ਫੀਸ ਸਟਰਕਚਰ ਡਿਸਟੈਂਸ ਐਜੂਕੇਸ਼ਨ ਦੇ ਨਾਲੋਂ ਵੀ ਡਿਫਰੈਂਸ ਹੋਵੇਗਾ ਉਹਦੇ ਵਿੱਚ, ਕੀ ਹੈ ਸਟਰਕਚਰ? ਜਿਹੜਾ ਫੀਸ ਸਟਰਕਚਰ ਹੈ ਸਾਡਾ ਡਿਫਰੈਂਟ ਹੈਗਾ ਥੋੜਾ ਜਿਹਾ। ਫੀਸ ਸਟਰਕਚਰ ਸਾਡਾ ਆਨਲਾਈਨ ਦੇ ਵਿੱਚ ਅੰਡਰ ਗ੍ਰੈਜੂਏਟ ਕੋਰਸ ਦਾ ਰਹਿੰਦਾ ਹੈ 20 ਤੋਂ 30,000 ਦੇ ਵਿੱਚ, ਤੇ ਮਾਸਟਰ ਕੋਰਸ ਦਾ ਰਹਿੰਦਾ ਹੈ 30 ਤੋਂ 50,000 ਦੇ ਵਿੱਚ। ਜੀ। ਤਾਂ ਅਸੀਂ ਇਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਨੂੰ ਹੋਰ ਯੂਨੀਵਰਸਿਟੀਜ਼ ਦੇ ਨਾਲ ਕਿਸ ਤਰੀਕੇ ਨਾਲ ਡਿਫਰੈਂਸ਼ੀਏਟ ਕਰ ਸਕਦੇ ਹਾਂ ਕਿ ਇਹ ਬੈਟਰ ਓਪਰਚੁਨਿਟੀ ਆ ਚੰਡੀਗੜ੍ਹ ਯੂਨੀਵਰਸਿਟੀ ਬੱਚਿਆਂ ਦੇ ਲਈ? ਦੇਖਿਏ, ਚੰਡੀਗੜ੍ਹ ਯੂਨੀਵਰਸਿਟੀ ਕੋਲ ਜਿਹੜਾ ਕਿ ਨੈਕ A+ ਯੂਨੀਵਰਸਿਟੀ ਦਾ ਦਰਜਾ ਮਿਲਿਆ ਹੋਇਆ ਹੈ ਚੰਡੀਗੜ੍ਹ ਯੂਨੀਵਰਸਿਟੀ ਨੂੰ। ਕਿਸੇ ਵੀ ਆਨਲਾਈਨ ਕੋਰਸ ਨੂੰ ਅਗਰ ਆਪਾਂ ਫਰਦਰ ਕੰਟੀਨਿਊ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਲਈ NRIF ਦੀ ਰੈਂਕਿੰਗ ਬਹੁਤ ਜ਼ਰੂਰੀ ਹੁੰਦੀ ਹੈ। ਨੈਕ A+ ਯੂਨੀਵਰਸਿਟੀ ਔਰ NRIF ਦੀ ਰੈਂਕਿੰਗ ਬਹੁਤ ਮੈਟਰ ਕਰਦੀ ਹੈ ਕੋਈ ਵੀ ਯੂਨੀਵਰਸਿਟੀ ਲਈ ਆਨਲਾਈਨ ਕੋਰਸ ਚਲਾਉਣ ਲਈ। ਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਜੋ ਰੈਂਕਿੰਗ ਆਉਂਦੀ ਹੈ ਉਹ 52nd ਰੈਂਕ ਆਉਂਦਾ ਹੈ ਸਾਡਾ ਯੂਨੀਵਰਸਿਟੀ ਦਾ। ਔਰ ਕੋਈ ਵੀ ਯੂਨੀਵਰਸਿਟੀ ਨੂੰ 1 ਤੋਂ ਲੈ ਕੇ 100 ਦੇ ਵਿਚਕਾਰ ਆਉਣ ਵਾਸਤੇ ਹੀ ਉਹ ਆਨਲਾਈਨ ਦੀ ਐਲੀਜੀਬਿਲਟੀ ਕਲੀਅਰ ਕਰ ਪਾਉਂਦੀ ਹੈ। ਜੀ। ਜਿਵੇਂ 2021 ਦੇ ਵਿੱਚ ਸ਼ੁਰੂਆਤ ਹੋਈ ਇਸ ਦੀ, ਤਾਂ ਤੁਸੀਂ ਹੁਣ ਤੱਕ ਐਕਸਪੀਰੀਅੰਸ ਕੀਤਾ ਹੋਵੇਗਾ ਆਨਲਾਈਨ ਐਜੂਕੇਸ਼ਨ ਦਾ, ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋਵੋਗੇ। ਤੁਹਾਨੂੰ ਕੀ ਚੀਜ਼ ਮਤਲਬ ਬੈਨੀਫੀਸ਼ੀਅਲ ਕੀ ਲੱਗਿਆ ਇਸ ਦੇ ਵਿੱਚ ਕਿ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਤੁਹਾਨੂੰ ਈਜ਼ੀ ਹੁੰਦਾ ਆ, ਟਫ ਲੱਗਦਾ ਆ, ਕੀ ਮਤਲਬ? ਦੇਖिए, ਬੱਚਿਆਂ ਨੂੰ ਪੜ੍ਹਾਉਣਾ ਬਹੁਤ ਈਜ਼ੀ ਹੋ ਜਾਂਦਾ। ਉਸ ਦੇ ਲਈ ਸਾਡੇ ਕੋਲ ਲਾਈਵ ਲੈਕਚਰ ਨੇ, ਰਿਕਾਰਡਡ ਲੈਕਚਰਸ ਨੇ, ਪ੍ਰੋਵਾਈਡ ਕੀਤਾ ਜਾਂਦਾ ਉਹਨਾਂ ਨੂੰ। ਬੱਚਿਆਂ ਨੂੰ ਕੋਈ ਡਾਊਟ ਰਹਿੰਦਾ ਹੈ, ਕੁਐਰੀ ਰਹਿੰਦਾ, ਉਹਨਾਂ ਦਾ ਸੋਲਵ ਕੀਤਾ ਜਾਂਦਾ ਹੈ। ਵੈਬਿਨਾਰਸ ਦਿੱਤੇ ਜਾਂਦੇ, ਈਵਨ ਇੱਥੇ ਤੱਕ ਕਿ ਉਹਨਾਂ ਨੂੰ ਇੰਡਸਟਰੀਅਲ ਐਕਸਪਰਟ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਨਾਂ ਨੂੰ ਸੌਫਟ ਸਕਿੱਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਐਪਟੀਟਿਊਡ ਕਲਾਸਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ। ਤੇ ਬਹੁਤ ਸੇ ਗੈਸਟ ਲੈਕਚਰ ਵੀ ਅਸੀਂ ਰੱਖੇ ਜਿਹੜਾ ਕਿ ਇੰਡਸਟਰੀਅਲ ਐਕਸਪਰਟ ਹੈ, ਜਿਨ੍ਹਾਂ ਨੂੰ 5 ਸਾਲ ਦਾ ਐਕਸਪੀਰੀਅੰਸ ਹੈਗਾ, ਉਹਨਾਂ ਤੋਂ ਵੀ ਉਹਨਾਂ ਦੇ ਲੈਕਚਰ ਰਖਾਏ ਜਾਂਦੇ, ਤੇ ਬੱਚੇ ਕਾਫੀ ਖੁਸ਼ ਨੇ ਇਸ ਲੈਕਚਰਸ ਦੇ ਡਿਊਰਿੰਗ। ਤਾਂ ਬਿਲਕੁਲ ਆਨਲਾਈਨ ਐਜੂਕੇਸ਼ਨ ਜਿਸ ਦੇ ਬਹੁਤ ਸਾਰੇ ਫਾਇਦੇ ਨੇ, ਤੁਸੀਂ ਕਿਤੇ ਵੀ ਹੋਵੋਗੇ ਤੁਸੀਂ ਈਜ਼ੀਲੀ ਜਿਹੜਾ ਹੈ ਐਕਸੈਸ ਕਰ ਸਕਦੇ ਹੋ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ। ਜਦੋਂ ਤੁਸੀਂ ਐਡਮਿਸ਼ਨ ਕਰਾਉਂਦੇ ਹੋ, ਤੁਸੀਂ ਅਬਰੋਡ ਵੀ ਜਾਂਦੇ ਹੋ, ਤਾਂ ਵੀ ਤੁਹਾਡੀ ਐਜੂਕੇਸ਼ਨ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ। ਤੁਸੀਂ ਪ੍ਰੋਪਰ ਆਨਲਾਈਨ ਪ੍ਰੋਸੈਸ ਦੇ ਜ਼ਰੀਏ ਜਿਹੜਾ ਹੈ ਆਪਣੀ ਐਜੂਕੇਸ਼ਨ, ਆਪਣੀ ਡਿਗਰੀ ਜਿਹੜੀ ਆ ਪ੍ਰਾਪਤ ਕਰ ਸਕਦੇ ਹੋ। ਤੇ ਹੁਣ ਸਾਡੇ ਨਾਲ ਰੀਮਾ ਪ੍ਰੋਫੈਸਰ ਜੋ ਮੌਜੂਦ ਨੇ, ਉਹ ਸਾਨੂੰ तमाम ਜਾਣਕਾਰੀ ਦੇਣਗੇ ਕਿ ਆਨਲਾਈਨ ਸੈਸ਼ਨ ਕਿਸ ਤਰੀਕੇ ਦੇ ਨਾਲ प्रोवाइड कितियां जांदियां ने बच्चियां नूं। जी। जी, तो फिर एडमिशन के बाद सबसे पहले बच्चा जब एडमिट हो जाता है यूनिवर्सिटी में, तो चंडीगढ़ यूनिवर्सिटी एक लर्निंग प्लेटफॉर्म प्रोवाइड करती है जिसको हम बोलते हैं लर्निंग मैनेजमेंट सिस्टम, शॉर्ट में उसको LMS कहा जाता है। अब LMS में जो स्टूडेंट है उसको बहुत सारी फैसिलिटीज़ प्रोवाइड की जाती हैं, मतलब एक वो ही तरीका है जिसके थ्रू स्टूडेंट को हम एजुकेशन दे सकते हैं। तो सबसे पहले उसमें मैं बताना चाहूँगी, इसमें ई-बुक्स प्रोवाइड की जाती हैं जिसको हम कहते हैं SLM, सेल्फ लर्निंग मटीरियल। तो वो बुक्स जो हैं सॉफ्ट कॉपीज़ उसकी अवेलेबल होती हैं, मतलब वहीं जो LMS पोर्टल है उसी के ऊपर सारी ई-बुक्स प्रोवाइड की जाएंगी। जैसे फर्स्ट सेमेस्टर का स्टूडेंट है MBA का, तो उसके सारे सब्जेक्ट्स की जो भी किताबें हैं वो वहाँ पर उसको अवेलेबल होंगी और वो कभी भी किसी भी टाइम पर उनको पढ़ सकता है। ये एक सेल्फ पेस्ड लर्निंग है जो हम ऑनलाइन लर्निंग में प्रोवाइड कर रहे हैं कि अगर, क्योंकि बहुत सारे स्टूडेंट्स जो हैं वो होते हैं वर्किंग होते हैं या उनका कोई बिजनेस है, वो कुछ भी काम कर रहे हैं, तो ये नहीं हो सकता कि वो पूरे टाइम रेगुलर की तरह अवेलेबल हों। तो इसीलिए जो ऑनलाइन लर्निंग का जो प्लेटफॉर्म है वहाँ पर हम उनको पूरी अवेलेबिलिटी दे रहे हैं कि वो 100% ऑनलाइन पढ़ सकते हैं, अपने हिसाब से पढ़ सकते हैं। वो रात में फ्री हैं, वो दिन में फ्री हैं, वीकेंड्स में फ्री हैं, कभी भी वो एक्सेस कर सकते हैं उन बुक्स को। उसके बाद LMS में एक प्रोवाइड किया जाता है उनको ई-लाइब्रेरी का जो एक फ़ीचर है। ई-लाइब्रेरी क्या है? एक तो हो गई उनकी जो बुक्स हर सेमेस्टर में दी जा रही हैं, उसके अलावा उनको दी जा रही हैं बहुत सारी अदर बुक्स जो कि सॉफ्ट मटेरियल में ही अवेलेबल हैं उनको। और ई-लाइब्रेरी में
उनको क्या हेल्प होगी अगर उन्हें असाइनमेंट बनाना है, उन्हें एक्स्ट्रा नॉलेज चाहिए, उनको इन्फॉर्मेशन चाहिए, अपने एग्ज़ाम के लिए उनको पढ़ना है, तो उसमें और भी ज़्यादा बुक्स उनको मिल जाती हैं और उसका जो एक्सेस है वो ओपन टू ऑल है। मतलब कोई भी उस ई-लाइब्रेरी की बुक्स को एक्सेस कर सकता है और उसमें बहुत सारी बुक्स अवेलेबल हैं। जी। फिर मतलब ये है कि अगर आप ऑनलाइन एजुकेशन प्राप्त कर रहे हैं तो उसमें आप कभी भी पढ़ाई कर सकते हैं, क्योंकि अगर हम डिस्टेंस एजुकेशन करते हैं तो उसमें ये होता है हमें पीसीपी के लिए यूनिवर्सिटी जाना पड़ता है, असाइनमेंट सबमिट करने के लिए जाना पड़ता है। लेकिन ऑनलाइन एजुकेशन में आप ये बता रहे हैं कि जो बच्चा है वो कहीं पर भी रह के पढ़ सकता है। अगर कोई क्लास मिस भी हो जाती है तो वो कभी भी जाकर वहाँ से जो सॉफ्ट कॉपी है वो प्राप्त करके जो है पढ़ाई कर सकता है। जी, जी, बिल्कुल। फिर इसके बाद एक एलएमएस में ही लगाया गया है एनपीटीईएल। ये एक गवर्नमेंट का मिशन है, जो कि है नेशनल प्रोग्राम ऑन टेक्नोलॉजी एनहांस्ड लर्निंग। तो एनपीटीईएल के अंडर आईआईटीज़ और आईआईएम्स के एक्सपर्ट लेक्चर्स भी बच्चों को, स्टूडेंट्स को प्रोवाइड किए जाते हैं। तो उन लेक्चर्स के थ्रू वो काफ़ी एडवांस लर्निंग, लाइक आप समझ सकते हैं आईआईटी और आईआईएम के जो प्रोफेसर्स हैं, जो बहुत ही एक्सपीरियंस्ड होते हैं, उनके भी लेक्चर्स उनको स्टूडेंट्स को प्रोवाइड किए जा रहे हैं। तो इससे उनकी नॉलेज बहुत ही ज़्यादा बढ़ जाती है, उनको बहुत ज़्यादा हेल्प होती है फ्यूचर में अपने करियर ग्रोथ में, इन सारे जो लेक्चर्स हैं उनके थ्रू। और फिर इसमें एक अनाउंसमेंट का सेक्शन भी आता है एलएमएस में। तो अनाउंसमेंट्स में क्या-क्या आता है कि सबसे पहले तो जो भी लाइव लेक्चर्स हम प्रोवाइड कर रहे हैं, एक तो बुक्स हो गईं, अब वो बुक्स में क्या है, वो कैसे समझेगा? तो इसके लिए लाइव लेक्चर्स दिए जाते हैं। सारे वो काफ़ी एक्सपीरियंस्ड टीचर्स उनको लाइव लेक्चर्स देते हैं। लाइव लेक्चर्स का टाइम और वो कौन-सी डेट को हो रहे हैं, वो लाइव लेक्चर्स का अनाउंसमेंट सेक्शंस में टाइम टू टाइम नोटिफ़िकेशन आता रहता है। अब वो लाइव लेक्चर्स जो है, अगर वो स्टूडेंट लाइव ले सकता है, बहुत अच्छी बात है, लेकिन ज़रूरी नहीं कि उसको वो लाइव ही अटेंड करे। सारे लेक्चर्स रिकॉर्डेड होते हैं वहाँ पर एलएमएस में। वो बच्चा, जैसे मैंने बताया कि जब भी वो फ्री है, वो उस टाइम पर लाइव लेक्चर्स का एक्सेस ले सकता है और वो किसी भी टाइम पे, अगर उसने सपोज़ 30 मिनट की क्लास है, उसने 20 मिनट ही देख पाया वो उस टाइम पर, तो वो वहाँ पे छोड़ के वो नेक्स्ट टाइम से वहीं से स्टार्ट कर सकता है। तो बहुत ही हेल्पफुल है वो, लाइव लेक्चर्स का फीचर हो गया। फिर उसके बाद अनाउंसमेंट्स में जैसे 2 असाइनमेंट्स होते हैं हमारे, दोनों ही असाइनमेंट्स एलएमएस पे अवेलेबल हैं, एमसीक्यू बेस्ड होते हैं असाइनमेंट्स। वो असाइनमेंट्स की लास्ट डेट क्या है सबमिशन की, फिर वो असाइनमेंट्स की अगर एक्सटेंड हो गई है डेट, फिर एग्ज़ाम्स कब से शुरू हुए, ये सारी चीज़ें अनाउंसमेंट सेक्शन में एलएमएस में ही प्रोवाइड होती हैं बच्चे को। और जी। एलएमएस में फिर सपोर्ट का भी एक ऑप्शन आता है। कोई डाउट्स हैं स्टूडेंट को, जैसे उसका प्रॉब्लम आ रही है, उसके प्रोफाइल में कोई दिक्कत है या उसको कुछ समझ में नहीं आ रहा है, तो वो सारी चीज़ें भी वो वहाँ पे हेल्पलाइन नंबर है, वहाँ पे वो पूछ सकता है। जी, आपने लाइव सेशन की बात करी, जैसे कि अगर हम अभी बात करें जैसे कोरोना का जो चल रहा था टाइम, उसमें बच्चों को ऑनलाइन एजुकेशन दी गई है और जो पेरेंट्स हैं उनके वो ये बोल रहे थे कि हम ऑनलाइन के लिए इतने पैसे क्यों दें, क्योंकि जिस तरीके से क्लासेस में बच्चों को पढ़ाया जाता है वो ऑनलाइन एजुकेशन नहीं मिल रही उनको, उनको उस तरीके से पढ़ाया ही नहीं जा रहा। लेकिन आपने यहाँ पे ज़िक्र किया कि बच्चों को एक-एक डिटेल जो जो बच्चे हैं उनको एक-एक डिटेल जो है वो दी जाती है ऑनलाइन लाइव क्लास में, मतलब कि बच्चे ऑनलाइन क्लास में बिल्कुल क्लास की तरह पढ़ रहे हैं। हाँ जी, बिल्कुल बच्चे ऑनलाइन क्लास में क्लास की तरह ही पढ़ रहे हैं। जो टीचर्स हैं वो बहुत ही एक्सपीरियंस्ड हैं और बहुत ही अच्छे से वो एक्सप्लेन करते हैं। अगर बच्चा लाइव लेक्चर ले रहा है तो वो डाउट्स अगर उसको आ रहे हैं, वो साथ के साथ सॉल्व हो जाते हैं। वहाँ पे एक चैट का भी ऑप्शन है। ओके। जी, और अगर वो लाइव लेक्चर नहीं अटेंड कर पा रहा है, तो वो पूरा रिकॉर्डेड लेक्चर देख सकता है और उस रिकॉर्डेड लेक्चर के थ्रू ही, मतलब वो होता ही इतना अच्छा है कि वो उसको कोई डाउट नहीं होगा। लेकिन अगर उसको कुछ डाउट है, तो फिर वो स्टूडेंट को एक मेल आईडी भी प्रोवाइड की जाती है, जिस पे वो अपना डाउट लिख सकता है और जो टीचर है वो उसको बहुत ही 24 आवर्स के अंदर, 24 घंटे में उसको रिप्लाई मिल जाएगा। और उसको एक नंबर भी प्रोवाइड किया जाता है, जिसके थ्रू वो फिर टीचर से कनेक्ट कर सकता है और वो अपनी क्वेरी को वॉइस कॉल पे भी पूछ सकता है। तो फिर डाउट सॉल्विंग का भी बहुत ही फास्ट फीचर है, जिससे कि वो स्टूडेंट को कोई भी प्रॉब्लम ना आए वो लेक्चर्स में। जी। जैसे कि आपने बताया कि टीचर के साथ जो है वो रीच कर सकता है बाय मेल। इसके अलावा कोई और भी ऑप्शन है कि अगर बच्चे को इंस्टेंट किसी चीज़ का जवाब चाहिए, कोई डाउट है, तो मेल के अलावा कोई और ऑप्शन भी है कि वो उसके थ्रू जाके टीचर से पहुँच कर सकता है ताकि उसको जो सॉल्यूशन है वो जल्दी मिल जाए?
जी, एक्चुअली एलएमएस में एक नंबर प्रोवाइड किया जाता है, बच्चे को वो एक ही नंबर दिया जाएगा, बट वो नंबर उस पर्टिकुलर टीचर को कनेक्ट कर लेता है, जिससे कि जिससे उसे डाउट पूछना है, कोई उस सब्जेक्ट का टीचर जो है। तो वो टीचर वो उसी समय उसी कॉल पर उस स्टूडेंट का क्वेरी रिज़ॉल्व कर देगा, उसका डाउट क्लियर कर देगा वॉइस कॉल में भी। और फिर इसके अलावा सपोर्ट का भी फीचर है, एक हेल्पलाइन नंबर है, अगर वो सपोज़ उस समय कनेक्ट नहीं कर सकता है टीचर, तो उस हेल्पलाइन नंबर पे कॉल करके वो सपोर्ट टीम उसकी पूरी मदद करेगी कि उसी टाइम पर कॉन्फ्रेंस कॉल के थ्रू उसका डाउट क्लियर हो जाए। जी काफ़ी टाइम हो गया 2021 से ये शुरू हुआ है, तो आपको इस चीज़ में फ़ायदा लाइक बच्चों को आपने पढ़ाया होगा, बच्चों के साथ इंटरेक्शन की होगी आपने, तो उनका फीडबैक पॉजिटिव फीडबैक आपको मिला भी होगा कि बहुत अच्छा है और यूनिवर्सिटी से बहुत अच्छा है, कुछ ऐसा फीडबैक मिला है? जी, एक्चुअली बिल्कुल फ़ीडबैक मिला है। एक हम क्योंकि बच्चे क्या हैं, जैसे मैंने बताया बहुत ही ज़्यादा जो हमारा परसेंटेज है वो वर्किंग कैंडिडेट्स का है। जी। तो वो अपना जॉब भी कर रहे हैं, दे आर अर्निंग एंड उसके साथ वो चाहते हैं कि उनको डिग्री भी बिल्कुल। रेगुलर की वेटेज वाली ही मिले। अब इसमें हम एक और फ़ीचर देते हैं, मेक योर ओन डेट शीट। मतलब जैसे वर्किंग कैंडिडेट है, वो वर्किंग जो डेज़ हैं मंडे टू फ्राइडे या मंडे टू सैटरडे वो अवेलेबल नहीं है एग्ज़ाम देने के लिए, तो फिर वो अपनी डेट शीट खुद बना सकते हैं, अपना टाइम खुद सेलेक्ट कर सकते हैं, तो ये फीचर से उनको बहुत हेल्प हुई है एग्ज़ामिनेशन में। असाइनमेंट्स भी एमसीक्यू बेस्ड हैं, तो जी। वो उनको जैसे यहाँ पे ना नए असाइनमेंट्स भेजने हैं, एग्ज़ाम्स भी उनको ऑनलाइन ही देने हैं, सब कुछ ऑनलाइन ही है। तो फिर उनको कोई भी प्रॉब्लम नहीं है कि उनको कोरियर करना है या पोस्ट ऑफ़िस जाना पड़ेगा और एमसीक्यूज़ बेस्ड है सब कुछ, जैसे असाइनमेंट्स हो गए, तो वो बहुत ही ईज़ी हो जाता है उनके लिए अटेम्प्ट करना। जी। और उनको क्लासेस भी ऑनलाइन मिल रही हैं, तो वो कभी भी उसको एक्सेस कर सकते हैं। तो स्टूडेंट्स काफ़ी खुश हैं इस इन सारे फीचर्स से। उनको बहुत ही मदद मिल रही है कि वो साथ के साथ अपनी पढ़ाई भी कर रहे हैं, अपनी जॉब भी कर रहे हैं और ये जो डिग्री है उनको आगे करियर में हेल्प कैसे मिलेगी, उनको ये सारी भी फैसिलिटीज़ दी जाती हैं। उनको एकेडमिक में कोई दिक्कत है, उनको वो हेल्प मिलती है, उनको करियर वाइज़ कोई प्रॉब्लम है, कोई डाउट है या उन्हें कोई किसी लेक्चरर से या जो सॉफ्ट स्किल प्रोवाइड जी। करें उनसे कुछ पूछना है, उनको वहाँ भी हेल्प मिलती है। उनको बाकी अगर कोई प्रॉब्लम आ रहा है असाइनमेंट सबमिट करने में, कहीं भी कोई भी मतलब उनका डाउट्स भी बहुत फास्ट क्लियर हो जाते हैं। उनको एकदम क्वालिटी एजुकेशन दी जा रही है और ये सब कुछ वो कर रहे हैं अपने कम्फर्ट ज़ोन से ही। जी जैसे लाइव सेशन की बात करें कि किस तरीके से बच्चों को एजुकेशन दी जाती है ऑनलाइन, इसमें अटेंडेंस का भी कोई सिस्टम होता है? जैसे डिस्टेंस की बात करें तो उसमें अटेंडेंस भी जो है ज़रूरी होती है, कुछ दिनों की अटेंडेंस होती है या और भी फॉर्मेलिटीज़ होती है, तो इसमें कुछ ऐसा है? और अगर है तो ऑनलाइन में आप कैसे जज करते हैं अटेंडेंस? नहीं, एक्चुअली अटेंडेंस का इसमें कोई ऐसा प्रोविज़न नहीं है, क्योंकि अगर स्टूडेंट को अगर वो लेक्चर्स अटेंड कर रहा है, तो वो अपनी खुद की नॉलेज गेन करने के लिए कर रहा है, जी। क्योंकि उसको एग्ज़ाम देने हैं, उसको असाइनमेंट्स देने हैं। बिल्कुल। बाकी ऐसे हमने कोई पर्टिकुलर क्राइटेरिया नहीं रखा हुआ है अटेंडेंस का कि जित इतनी ही मिनिमम अटेंडेंस होगी, तभी वो आगे हम्म। बढ़ सकता है या उसको हम फ़ेल कर देंगे, ऐसा कुछ भी नहीं है। क्योंकि ऑनलाइन एजुकेशन इज़ टोटली फॉर द स्टूडेंट के ही एक एडवांसमेंट के लिए ही है, वो उनके लिए ही है और वो अगर कर रहे हैं अटेंड, वो उनके लिए बहुत ही अच्छी चीज़ है, क्योंकि बहुत सारे एक्सपर्ट लेक्चर्स हम प्रोवाइड कर रहे हैं, ई-लाइब्रेरी वाला फीचर जी। प्रोवाइड कर रहे हैं। इससे उनको बहुत मदद होगी जी। उनके नॉलेज गेनिंग में। बाकी अटेंडेंस वाला कोई भी ऐसा प्रोविज़न ਜੀ। में नहीं रखा। ਦੇ ਨਾਲ ਪੜ੍ਹਾਈ ਕੀਤੀ ਜਾਂਦੀ ਹੈ, ਹਾਲਾਂਕਿ ਦੇਖਿਆ ਜਾ ਸਕਦਾ ਹੈ ਕਿ ਜਦੋਂ ਕਰੋਨਾ ਕਾਲ ਦੇ ਵਿੱਚ ਆਨਲਾਈਨ ਐਜੂਕੇਸ਼ਨ ਦੀ ਸ਼ੁਰੂਆਤ ਹੋਈ ਸੀ, ਬੱਚਿਆਂ ਪੈਰੈਂਟਸ ਦੇ ਵੱਲੋਂ ਕਈ ਸ਼ਿਕਾਇਤਾਂ ਜਿਹੜੀਆਂ ਦਰਜ ਕੀਤੀਆਂ ਗਈਆਂ ਸਨ ਕਿ ਬੱਚਿਆਂ ਨੂੰ ਉਸ ਤਰੀਕੇ ਦੀ ਜਿਹੜੀ ਪੜ੍ਹਾਈ ਨਹੀਂ ਦਿੱਤੀ ਜਾਂਦੀ। ਹਾਲਾਂਕਿ ਹੁਣ ਯੂਨੀਵਰਸਿਟੀ ਲੈਵਲ ਦੀ ਗੱਲ ਕਰੀਏ ਤਾਂ ਹੁਣ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਦੇ ਵਿੱਚ ਆਨਲਾਈਨ ਕਲਾਸਿਸ ਮਿਲ ਰਹੀਆਂ ਨੇ, ਪਰ ਉਹ ਬਿਲਕੁਲ ਹੀ ਫਿਜ਼ੀਕਲੀ ਜਿੱਦਾਂ ਐਜੂਕੇਸ਼ਨ ਮਿਲਦੀ ਆ ਬੱਚਿਆਂ ਨੂੰ, ਉਸੇ ਤਰੀਕੇ ਦੇ ਨਾਲ ਐਜੂਕੇਸ਼ਨ ਜਿਹੜੀ ਆ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਹੈ। ਤਾਂ ਹੁਣ ਗੱਲ ਕਰਦੇ ਆ ਐਗਜ਼ਾਮੀਨੇਸ਼ਨ ਦੀ, ਜਦੋਂ ਐਗਜ਼ਾਮੀਨੇਸ਼ਨ ਆਨਲਾਈਨ ਕਲਾਸਿਸ ਦੇ ਵਿੱਚ ਆਨਲਾਈਨ ਐਜੂਕੇਸ਼ਨ ਦੇ ਵਿੱਚ ਐਗਜ਼ਾਮੀਨੇਸ਼ਨ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਮਾਰਕਿੰਗ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਇਸ ਤਮਾਮ ਜਿਹੜੀ ਜਾਣਕਾਰੀ ਹੈ ਉਹ ਦੇਣਗੇ ਸਾਨੂੰ ਸਾਡੇ ਪ੍ਰੋਫੈਸਰ ਬੈਠੇ ਹੋਏ ਨੇ ਸਾਡੇ ਨਾਲ। ਜੀ ਐਗਜ਼ਾਮੀਨੇਸ਼ਨ ਦੀ ਗੱਲ ਕਰ ਰਹੇ ਹਾਂ ਤੇ ਐਗਜ਼ਾਮ ਦਾ ਤੁਸੀਂ ਪ੍ਰੋਸੀਜਰ ਜਿਹੜਾ ਉਹ ਦੱਸੋ ਕਿ ਜਿੱਦਾਂ ਆਨਲਾਈਨ ਐਜੂਕੇਸ਼ਨ ਹੈ, ਇਸ ਦੇ ਵਿੱਚ ਬੱਚਿਆਂ ਦੇ ਐਗਜ਼ਾਮ ਕਿਸ ਤਰੀਕੇ ਦੇ ਨਾਲ ਲਏ ਜਾਂਦੇ ਆ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਇਵੈਲੂਏਸ਼ਨ ਦੀ ਕਿ ਕਿਵੇਂ ਇਵੈਲੂਏਸ਼ਨ ਹੋਏਗੀ ਜੀ। ਇੱਕ ਪਰਟੀਕੂਲਰ ਸਟੂਡੈਂਟ ਦੀ, ਕਿਉਂਕਿ ਅਸੀਂ ਇੱਥੇ ਆਨਲਾਈਨ ਪਲੇਟਫਾਰਮ ਦੀ ਗੱਲ ਕਰੀਏ ਤਾਂ ਇੱਥੇ ਜਿਹੜੀ ਅਸਾਈਨਮੈਂਟਸ ਨੇ ਉਹ ਵੀ ਹੋਣਗੀਆਂ, ਐਗਜ਼ਾਮੀਨੇਸ਼ਨਸ ਜਿਹੜੇ ਨੇ ਉਹ ਵੀ ਹੋਣਗੇ, ਬਟ ਅਸੀਂ ਇੱਥੇ ਗੱਲ ਕਰਦੇ ਹਾਂ ਕੰਪਰੀਹੈਂਸਿਵ ਇਵੈਲੂਏਸ਼ਨ ਦੀ। ਹੁਣ ਇਹ ਤੋਂ ਕੀ ਭਾਵ ਹੈਗਾ ਆ
ਕੰਪਰੀਹੈਂਸਿਵ ਇਵੈਲੂਏਸ਼ਨ ਤੋਂ। ਕੰਪਰੀਹੈਂਸਿਵ ਇਵੈਲੂਏਸ਼ਨ ਹੁੰਦੀ ਹੈ ਕਿ ਜਿਹੜਾ ਬੱਚਾ ਹੈਗਾ ਆ ਉਹ ਸਿਰਫ ਐਂਡ ਸਮੈਸਟਰ ਤੇ ਜਾ ਕੇ ਨਹੀਂ ਐਗਜ਼ਾਮਸ ਦੇਗਾ, ਉਹ ਡਿਊਰਿੰਗ ਜਦੋਂ ਸਮੈਸਟਰ ਚੱਲ ਰਿਹਾ ਹੈਗਾ ਹੈ, ਉਦੋਂ ਵੀ ਉਹਦੇ ਮੌਕ ਟੈਸਟ ਹੋਣਗੇ, ਉਦੋਂ ਉਹ ਅਸਾਈਨਮੈਂਟਸ ਦੇਗਾ, ਜਿਹਦੇ ਥਰੂ ਜਿਹੜੀ ਉਹਦੀ ਪਰਫਾਰਮੈਂਸ ਹੈਗੀ ਹੈ ਉਹ ਇਵੈਲੂਏਟ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੌਕ ਟੈਸਟ ਦੀ। ਮੌਕ ਟੈਸਟ ਕਦੋਂ ਹੋਏਗਾ? ਫੋਰ ਐਗਜ਼ਾਮਪਲ ਤੁਸੀਂ ਇੱਕ ਮੋਡਿਊਲ ਖਤਮ ਕਰਕੇ ਹਟੇ ਹੋ, ਇੱਕ ਮੋਡਿਊਲ ਤੋਂ ਬਾਅਦ ਹਰ ਵਾਰ ਜਿਹੜਾ ਹੈਗਾ ਤੁਹਾਡਾ ਇੱਕ ਮੌਕ ਟੈਸਟ ਹੋਏਗਾ ਜਿਹਨੂੰ ਤੁਸੀਂ ਅਟੈਂਪਟ ਕਰੋਗੇ, ਤੇ ਉਹ ਅਟੈਂਪਟ ਕਰਨਾ ਬਹੁਤ ਹੀ ਮੈਂਡੇਟਰੀ ਹੋਏਗਾ, ਜਿਸ ਦੀ ਇਵੈਲੂਏਸ਼ਨ ਕੀਤੀ ਜਾਏਗੀ ਟਾਈਮ ਟੂ ਟਾਈਮ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਅਸਾਈਨਮੈਂਟਸ ਦੀ, ਅਸਾਈਨਮੈਂਟਸ ਦੀ ਵੇਟੇਜ ਹੁੰਦੀ ਹੈ 30%। 30% ਦੇ ਵਿੱਚ ਕੀ ਆ ਜਾਏਗਾ? ਤੁਹਾਡੀਆਂ ਦੋ ਅਸਾਈਨਮੈਂਟਸ, ਅਸਾਈਨਮੈਂਟ ਨੰਬਰ 1 ਤੇ ਅਸਾਈਨਮੈਂਟ ਨੰਬਰ 2। ਅਸਾਈਨਮੈਂਟ ਨੰਬਰ 1 ਤੇ ਅਸਾਈਨਮੈਂਟ ਨੰਬਰ 2 ਦੋਨੋਂ ਹੀ ਜਿਹੜੀਆਂ ਨੇ MCQ ਬੇਸਡ ਹੋਣਗੀਆਂ। ਉਹ ਕਿਉਂ MCQ ਬੇਸਡ ਹੋਣਗੀਆਂ? ਕਿਉਂਕਿ MCQ ਬੇਸਡ ਜਿਹੜੇ ਕੁਐਸਚਨ ਨੇ ਉਹ ਅਟੈਂਪਟ ਕਰਨੇ ਬੱਚੇ ਲਈ ਬਹੁਤ ਈਜ਼ੀ ਨੇ, ਤੇ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਵੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈਗੀ ਆ ਉਹ ਕਵਰ ਕਰ ਸਕਦੇ ਹਾਂ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਐਗਜ਼ਾਮੀਨੇਸ਼ਨਸ ਦੀ, ਇਹ ਇੱਕ ਆਨਲਾਈਨ ਪਲੇਟਫਾਰਮ ਹੈਗਾ ਆ, ਤੇ ਜਿਹੜੇ ਐਗਜ਼ਾਮੀਨੇਸ਼ਨਸ ਨੇ ਉਹ ਵੀ ਆਨਲਾਈਨ ਪਲੇਟਫਾਰਮ ਜਿਹਨੂੰ ਕਿ ਆਪਾਂ LMS ਕਹਿੰਦੇ ਆ, ਉਹਦੇ ਤੇ ਹੀ ਜਿਹੜੇ ਹੈਗੇ ਨੇ ਬੱਚੇ ਦੇ ਲਿੱਤੇ ਜਾਣਗੇ। ਉਹਨਾਂ ਵਿੱਚ MCQ ਬੇਸਡ ਕੁਐਸਚਨ ਵੀ ਹੋ ਸਕਦੇ ਨੇ, ਤੁਹਾਡੇ ਸਬਜੈਕਟਿਵ ਕੁਐਸਚਨਸ ਵੀ ਹੋ ਸਕਦੇ ਨੇ, ਜਿਹੜੇ ਕਿ ਤੁਹਾਡੇ ਜਿਹੜੇ ਪ੍ਰੋਫੈਸਰਸ ਨੇ ਉਹੀ ਉਹਨਾਂ ਨੂੰ ਇਵੈਲੂਏਟ ਕਰਕੇ ਉਹਨਾਂ ਦੀ ਮਾਰਕਿੰਗ ਕੀਤੀ ਜਾਏਗੀ, ਜਿਸ ਦੀ ਵੇਟੇਜ 70% ਹੁੰਦੀ ਹੈਗੀ ਆ। ਜੀ, ਮਾਰਕਿੰਗ ਦੀ ਗੱਲ ਕਰਾਂਗੇ ਕਿ ਜਦੋਂ ਆਨਲਾਈਨ ਐਜੂਕੇਸ਼ਨ ਦੇ ਵਿੱਚ ਤੁਸੀਂ ਐਗਜ਼ਾਮ ਲੈਂਦੇ ਹੋ ਤੇ ਮਾਰਕਿੰਗ ਕਿਸ ਤਰੀਕੇ ਦੇ ਨਾਲ ਤੁਸੀਂ ਕਰਦੇ ਹੋ? ਦੇਖੋ, ਉਹ ਟੋਟਲੀ ਜਦੋਂ ਬੱਚਾ ਇੱਕ ਅਟੈਂਡ ਕਰ ਰਿਹਾ ਆ ਆਨਲਾਈਨ ਸੈਸ਼ਨ, ਉਹਨੂੰ ਪਤਾ ਹੈ ਕਿ ਇੱਕ ਕੁਐਸਚਨ ਜਿਹੜਾ ਹੈਗਾ ਆ ਉਹਦੇ ਵਿੱਚ ਕੀ ਜ਼ਰੂਰੀ ਚੀਜ਼ਾਂ ਹੈਗੀਆਂ ਨੇ, ਉਹ ਉਹਨਾਂ ਦੇ ਪ੍ਰੋਫੈਸਰ ਜਦੋਂ ਉਹਨਾਂ ਨੂੰ ਪੜ੍ਹਾਉਂਦੇ ਨੇ ਉਹਦੇ ਵਿੱਚ ਹੀ ਦੱਸਿਆ ਜਾਂਦਾ ਹੈਗਾ ਕਿ ਇੱਕ ਜਿਹੜਾ ਪਾਰਟਿਕੂਲਰ ਕੁਐਸਚਨ ਹੈਗਾ ਉਹਨੂੰ ਤੁਸੀਂ ਕਿਵੇਂ ਅਟੈਂਪਟ ਕਰੋਗੇ, ਇੱਕ ਪਾਰਟਿਕੂਲਰ ਟੌਪਿਕ ਹੈਗਾ ਕਿਵੇਂ ਤੁਸੀਂ ਇੰਟਰੋਡਿਊਸ ਕਰੋਗੇ, ਕਿਵੇਂ ਉਹਦੇ ਫੀਚਰਸ ਲਿਖੋਗੇ, ਉਹਦੇ ਹਿਸਾਬ ਨਾਲ ਹੀ ਜਿਹੜੀ ਹੈਗੀ ਹੈ ਅੱਗੇ ਮਾਰਕਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਉਹਨਾਂ ਦੇ ਪ੍ਰੋਫੈਸਰਸ ਦੀ ਦੁਆਰਾ। ਜੀ, ਬੀਤੇ ਦਿਨਾਂ ਦੀ ਗੱਲ ਕਰੀ ਤਾਂ ਬੱਚਿਆਂ ਦੇ ਆਨਲਾਈਨ ਜਿਹੜੇ ਐਗਜ਼ਾਮ ਹੋਏ ਸੀ ਤੇ ਉਸ ਦੇ ਵਿੱਚ ਬੱਚੇ ਅਕਸਰ ਨਾ ਘਰ ਦੇ ਜਿਹੜੇ ਵੱਡੇ ਲੋਕ ਹੁੰਦੇ ਆ ਉਹਨਾਂ ਤੋਂ ਪੁੱਛ ਕੇ ਜਵਾਬ ਦਿੰਦੇ ਸੀ ਕਿ ਬਈ ਹੁਣ ਤਾਂ ਮੇਰੇ ਬਈ 99% ਮਾਰਕਸ ਆਣਗੇ ਤੇ 95 ਆਣਗੇ, ਹੈ ਨਾ, ਚੀਟਿੰਗ ਮਤਲਬ। ਤੇ ਇਹਦੇ ਵਿੱਚ ਤਾਂ ਇਹ ਤਾਂ ਯੰਗਸਟਰਸ ਨੇ, ਹੈ ਨਾ, ਬਿਲਕੁਲ ਹੀ ਯੰਗ ਨੇ ਤੇ ਟੀਨੇਜ ਦੇ ਵਿੱਚ ਨੇ, ਤੇ ਇਹ ਤਾਂ ਆਬਵੀਅਸ ਇਹਦੇ ਵਿੱਚ ਮਾਹਿਰ ਹੋਣਗੇ। ਤੇ ਤੁਸੀਂ ਕਿਸ ਤਰੀਕੇ ਨਾਲ ਡੀਲ ਕਰਦੇ ਹੋ ਕਿ ਚੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਨਾ ਕੀਤੀ ਜਾਵੇ ਤੇ ਮਾਰਕਿੰਗ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ? ਨਹੀਂ, ਚੀਟਿੰਗ ਤੇ ਦੇਖੋ, ਇੱਕ ਬੱਚਾ ਹੁਣ ਆਨਲਾਈਨ ਡਿਗਰੀ ਕਰ ਰਿਹਾ ਤੇ ਚੀਟਿੰਗ ਨੂੰ ਰੋਕਣਾ ਤੇ ਬਹੁਤ ਜ਼ਰੂਰੀ ਹੈਗਾ ਆ ਇਹਦੇ ਵਿੱਚ। ਤੇ ਇਹਦੇ ਵਿੱਚ ਅਸੀਂ ਕੀ ਕੀਤਾ ਹੈ ਕਿ ਪ੍ਰੋਪਰ ਜਦੋਂ ਬੱਚੇ ਦਾ ਐਗਜ਼ਾਮ ਹੋ ਰਿਹਾ, ਪ੍ਰੋਪਰ ਤੁਹਾਡਾ এনवायरमेंट ਜਿਹੜਾ ਹੈਗਾ ਉਹ ਚੈੱਕ ਹੋਏਗਾ ਕਿ ਕਿਵੇਂ ਤੁਹਾਡੇ ਵਿੱਚ ਸਾਊਂਡ ਤੇ ਨਹੀਂ ਆ ਰਹੀ ਹੈਗੀ, ਕਿਸੇ ਦੂਜੇ ਬੰਦੇ ਦੀ ਆਵਾਜ਼ ਤੇ ਨਹੀਂ ਆ ਰਹੀ, ਕਿ ਉਹ ਪ੍ਰੋਪਰਲੀ ਸਿਟਿੰਗ ਹੈਗੀ ਆ ਉਹਦੀ ਕਿ ਨਹੀਂ ਹੈਗੀ। ਉਹਨੂੰ ਪ੍ਰੋਪਰਲੀ ਪਹਿਲਾਂ ਗਾਈਡਲਾਈਨਸ ਦਿੱਤੀਆਂ ਜਾਣਗੀਆਂ ਕਿ ਤੁਸੀਂ ਕਿਸ এনवायरमेंट ਦੇ ਵਿੱਚ ਬੈਠਣਾ ਹੈਗਾ ਆ, ਤੁਹਾਡਾ ਕੈਮਰਾ ਔਨ ਹੋਣਾ ਚਾਹੀਦਾ ਆ, ਤੁਹਾਡਾ ਮਾਈਕ ਔਨ ਹੋਣਾ ਚਾਹੀਦਾ, ਤਾਂ ਕਿ ਜਿਹੜਾ ਇਨਵਿਜੀਲੇਟਰ ਹੈਗਾ ਉਹਨੂੰ ਪਤਾ ਚੱਲੇ ਕਿ ਹਾਂਜੀ ਜਿਹੜਾ ਸਟੂਡੈਂਟ ਹੈਗਾ ਉਹ ਚੀਟਿੰਗ ਤੇ ਨਹੀਂ ਕਰ ਰਿਹਾ ਹੈਗਾ। ਜੀ, ਫਲੈਕਸੀਬਿਲਿਟੀ ਦੀ ਗੱਲ ਕਰਾਂਗੇ, ਜਿਵੇਂ ਕਿ ਆਨਲਾਈਨ ਐਜੂਕੇਸ਼ਨ ਦੇ ਵਿੱਚ ਕਾਫੀ ਫਲੈਕਸੀਬਿਲਿਟੀ ਦੀ ਗੱਲ ਹੋਈ ਆ ਕਿ ਫੀਸ ਦੇ ਵਿੱਚ ਵੀ ਫਲੈਕਸੀਬਲ ਆ, ਐਜੂਕੇਸ਼ਨ ਦੇ ਵਿੱਚ ਵੀ ਆ ਕਿ ਤੁਸੀਂ ਜਦੋਂ ਤੁਹਾਡਾ ਮਨ ਹੁੰਦਾ ਹੈ, ਜਦੋਂ ਤੁਸੀਂ ਫ੍ਰੀ ਹੁੰਦੇ ਹੋ ਉਦੋਂ ਤੁਸੀਂ ਪੜ੍ਹ ਸਕਦੇ ਹੋ। ਐਗਜ਼ਾਮ ਦੇ ਵਿੱਚ ਵੀ ਇਦਾਂ ਆ ਕਿ ਜੇ ਬੱਚਾ ਜਿਹੜਾ ਆ ਬਿਜ਼ੀ ਆ ਬਹੁਤ ਜ਼ਿਆਦਾ, ਉਹ ਨਹੀਂ ਐਗਜ਼ਾਮ ਦੇ ਸਕਦਾ, ਇਹਦੇ ਵਿੱਚ ਵੀ ਉਹਨਾਂ ਦੇ ਲਈ ਜਿਹੜੀ ਫਲੈਕਸੀਬਲ ਜਿਹੜਾ ਟਾਈਮ ਦਿੱਤਾ ਗਿਆ ਆ ਕਿ ਤੁਸੀਂ ਇਸ ਦਰਮਿਆਨ ਜਿਹੜਾ ਕਰ ਸਕਦੇ ਹੋ ਐਗਜ਼ਾਮ ਕਲੀਅਰ। ਹਾਂਜੀ, ਜਦੋਂ ਤੁਸੀਂ ਆਨਲਾਈਨ ਡਿਗਰੀ ਦੀ ਗੱਲ ਕਰੋ ਤਾਂ ਆਨਲਾਈਨ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਇਹੀ ਹੈਗਾ ਹੈ ਕਿ ਫਲੈਕਸੀਬਿਲਿਟੀ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਇਹੀ ਫੀਚਰ ਅਸੀਂ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਐਡ ਕੀਤਾ ਆ ਕਿ ਤੁਸੀਂ ਆਪਣੀ ਜਿਹੜੀ ਡੇਟ ਸ਼ੀਟ ਹੈਗੀ ਹੈ ਉਹ ਤੁਸੀਂ ਆਪਣੇ ਸਕੇਡਿਊਲ ਦੇ ਅਕੋਰਡਿੰਗ ਜਿਹੜੀ ਹੈਗੀ ਹੈ ਉਹ ਫਿਕਸ ਕਰ ਸਕਦੇ ਹੋ। ਅਗਰ ਬੱਚਾ ਸੈਟਰਡੇ ਸੰਡੇ ਫੋਰ ਐਗਜ਼ਾਮਪਲ ਫ੍ਰੀ ਹੈਗਾ ਤੇ ਉਹ ਆਪਣੇ ਐਗਜ਼ਾਮ ਸੈਟਰਡੇ ਸੰਡੇ ਨੂੰ ਦੇ ਸਕਦਾ ਹੈ ਆਰਾਮ ਨਾਲ। ਟਾਈਮ ਸਲੋਟ ਵੀ ਉਹਦੀ ਮਰਜ਼ੀ ਦਾ ਹੋਏਗਾ, ਡੇਟ ਸ਼ੀਟ ਵੀ ਉਹਦੀ ਮਰਜ਼ੀ ਨਾਲ ਬਣੇਗੀ, ਤੇ ਇਹ ਪੂਰੀ ਤਰ੍ਹਾਂ ਨਾਲ ਇੱਕ ਫਲੈਕਸੀਬਲ ਸਿਸਟਮ ਜਿਹੜਾ ਹੈਗਾ ਹੈ ਉਹ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਹੈ ਆਨਲਾਈਨ ਡਿਗਰੀਜ਼ ਦੇ ਵਿੱਚ। ਜੀ, ਬਿਲਕੁਲ। ਹਾਲਾਂਕਿ ਪ੍ਰੋਪਰ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜਾ ਆ ਐਜੂਕੇਸ਼ਨ ਮਿਲ ਰਹੀ ਆ ਆਨਲਾਈਨ ਦੇ ਵਿੱਚ, ਪਰ ਫਿਰ ਵੀ ਕਈ ਬੱਚੇ ਇਦਾਂ ਹੁੰਦੇ ਆ ਕਿ ਉਹਨਾਂ ਨੂੰ ਟਾਈਮ ਜਿਹੜਾ ਨਹੀਂ ਲੱਗ ਪਾਉਂਦਾ ਤੇ ਉਹ ਡਿਫਾਲਟਰ ਹੋ ਹੀ ਜਾਂਦੇ ਆ, ਲਾਈਕ ਫੇਲ ਦੇ ਚਾਂਸਸ। ਤੇ ਉਹਨਾਂ ਦੇ ਲਈ ਕੀ ਪ੍ਰੋਸੀਜਰ ਆ ਕਿ ਉਹ ਅੱਗੇ ਕਿਸ ਤਰੀਕੇ ਦੇ ਨਾਲ ਇਸ ਨੂੰ ਡੀਲ ਅਪ ਕਰ ਸਕਦੇ ਆ, ਕਿ ਅੱਗੇ ਹੋਰ ਕੰਟੀਨਿਊ ਕਰਨਾ ਕਿਸ ਤਰੀਕੇ ਨਾਲ ਡੀਲ ਕਰਨ? ਦੇਖੋ, ਸਭ ਤੋਂ ਪਹਿਲਾਂ ਤੇ ਗੱਲ ਹੁੰਦੀ ਹੈ ਕਿ ਅਸੀਂ ਬੱਚੇ ਨੂੰ ਇਹ ਕਦੇ ਵੀ ਪ੍ਰਮੋਟ ਨਹੀਂ ਕਰਾਂਗੇ ਇਸ ਚੀਜ਼ ਨੂੰ ਕਿ ਬੱਚਾ ਐਗਜ਼ਾਮਸ ਨਾ ਦੇਵੇ ਜਾਂ ਫਿਰ ਬੱਚਾ ਫੇਲ ਹੋ ਜਾਵੇ। ਸਾਡੀ ਕੁਆਲਿਟੀ ਐਜੂਕੇਸ਼ਨ ਜਿਹੜੀ ਹੈਗੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ, ਬਟ ਈਵਨ ਦੈਨ ਅਗਰ ਬਾਈ ਚਾਂਸ ਇਹੋ ਜਿਹੀ ਕੋਈ ਕੰਡੀਸ਼ਨ ਆ ਜਾਂਦੀ ਹੈ, ਸਿਚੁਏਸ਼ਨ ਆ ਜਾਂਦੀ ਹੈ ਕਿ ਉਹਦਾ ਪੇਪਰ ਮਿਸ ਹੋ ਗਿਆ ਹੈ ਜਾਂ ਉਹ ਫੇਲ ਹੋ ਗਿਆ ਹੈ ਪੇਪਰ ਦੇ ਵਿੱਚ, ਤਾਂ ਉਹ ਰੀਅਪੀਅਰ ਦੇ ਵਿੱਚ ਜਿਹੜਾ ਆਪਣਾ ਐਗਜ਼ਾਮ ਹੈਗਾ ਹੈ ਉਹ ਦੁਬਾਰਾ ਤੋਂ ਦੇ ਸਕਦਾ ਹੈਗਾ ਆ। ਜੀ, ਰੀਅਪੀਅਰ ਦੇ ਵਿੱਚ ਵੀ ਹੁੰਦਾ ਕਿ ਇੱਕ ਵਾਰ, ਦੋ ਵਾਰ ਜਾਂ ਤਿੰਨ ਵਾਰ। ਹਾਲਾਂਕਿ ਇਹਦੇ ਵਿੱਚ ਲੱਗਦਾ ਨਹੀਂ ਕਿ ਸਿਚੁਏਸ਼ਨ ਇਦਾਂ ਦੀ ਆਊਗੀ ਕਿਉਂਕਿ ਕੁਆਲਿਟੀ ਐਜੂਕੇਸ਼ਨ ਬੱਚਿਆਂ ਨੂੰ ਮਿਲ ਰਹੀ ਆ ਇਹਦੇ ਵਿੱਚ, ਬਟ ਸਟਿਲ
ਜੇਕਰ ਬਾਈ ਚਾਂਸ ਇਨ ਕੇਸ ਹੋ ਜਾਂਦਾ ਹੈ ਕਿ ਇੱਕ ਵਾਰੀ ਰੀਅਪੀਅਰ ਹੋਇਆ ਉਸ ਦੇ ਵਿੱਚ ਵੀ ਉਹ ਕਲੀਅਰ ਨਹੀਂ ਕਰ ਸਕਿਆ, ਤੇ ਕਿੰਨੇ ਕੁ ਚਾਂਸ, ਕਈਆਂ ਮਤਲਬ ਸਕੂਲ ਦੇ ਵਿੱਚ ਹੁੰਦਾ 3 ਚਾਂਸ ਮਿਲਦੇ ਆ ਉਹਨਾਂ ਨੂੰ, ਇਸ ਦੇ ਵਿੱਚ ਵੀ ਇਦਾਂ ਕੁਝ? ਹਾਂਜੀ, ਹੁਣ ਤੱਕ ਸਾਡੇ ਕੋਲ ਇਦਾਂ ਦਾ ਕੋਈ ਕੇਸ ਨਹੀਂ ਆਇਆ ਕਿ ਜਿਹੜਾ ਇੰਨੀ ਦੂਰ ਤੱਕ ਪਹੁੰਚਿਆ ਹੋਵੇ, ਬਟ ਸਟਿਲ ਅਸੀਂ ਬੱਚੇ ਨੂੰ 2 ਤੋਂ 3 ਚਾਂਸਿਸ ਜਿਹੜੇ ਹੈਗੇ ਨੇ ਉਹ ਰੀਅਪੀਅਰ ਦੇ ਦਿੰਨੇ ਆ, ਸੋ ਦੈਟ ਕਿ ਉਹ ਆਪਣੀ ਡਿਗਰੀ ਜਿਹੜੀ ਹੈਗੀ ਉਹ ਕੰਟੀਨਿਊ ਕਰ ਸਕੇ, ਉਹ ਵਿੱਚ ਨਾ ਛੱਡੇ ਆਪਣੀ ਹਾਇਰ ਸਟੱਡੀਜ਼ ਨੂੰ। ਜੀ ਸ਼ੁਕਰੀਆ। ਤਾਂ ਇਹ ਸੀ ਸਾਡੇ ਨਾਲ ਸਾਡੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰਸ ਦੇ ਨਾਲ ਆਪਾਂ ਗੱਲ ਕੀਤੀ ਕਿ ਆਨਲਾਈਨ ਐਜੂਕੇਸ਼ਨ ਤੇ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਕੀ ਕੁਝ ਫਰਕ ਹੈ। ਆਨਲਾਈਨ ਐਜੂਕੇਸ਼ਨ ਦੀ ਜਿਹੜੀ ਵਿਸਥਾਰ ਰੂਪ ਦੇ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕਿਤੇ ਵੀ ਹੋਵੋ, ਤੁਸੀਂ ਆਨਲਾਈਨ ਐਜੂਕੇਸ਼ਨ ਦੇ ਥਰੂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਵਾ ਸਕਦੇ ਹੋ, ਤੇ ਜਿਹੜੀ ਕੁਆਲਿਟੀ ਐਜੂਕੇਸ਼ਨ ਇੱਥੇ ਦਿੱਤੀ ਜਾਂਦੀ ਹੈ ਉਸ ਦਾ ਤੁਸੀਂ ਜਿਹੜਾ ਫਾਇਦਾ ਲੈ ਸਕਦੇ ਹੋ। ਤੇ ਨਾਲ ਹੀ ਫੀਸ ਦੇ ਵਿੱਚ ਵੀ ਜਿਹੜੀ ਆ ਫਲੈਕਸੀਬਿਲਿਟੀ ਹੈਗੀ ਆ। ਜੇ ਤੁਸੀਂ ਐਗਜ਼ਾਮ ਦੀ ਗੱਲ ਕਰੀਏ, ਐਗਜ਼ਾਮ ਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਫਲੈਕਸੀਬਿਲਿਟੀ ਦਿੱਤੀ ਗਈ ਹੈ, ਤਾਂ ਜੋ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਤੁਸੀਂ ਕੋਈ ਹੋਰ ਵੀ ਕੰਮ ਕਰ ਰਹੇ ਹੋ ਤਾਂ ਤੁਹਾਡੀ ਡਿਗਰੀ ਜਿਹੜੀ ਆ ਵਿਚਕਾਰ ਜਿਹੜਾ ਆ ਨਾ ਰਹਿ ਜਾਵੇ। ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਕਵਿਤਾ, ਸਕਰੋਲ ਪੰਜਾਬ। ਦੇਸ਼ ਦੁਨੀਆ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਾਣਨ ਦੇ ਲਈ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰੋ ਸਕਰੋਲ ਪੰਜਾਬ।